ਮੁਕਤਸਰ ਨੂੰ ਬੜੇ ਵੱਡੇ ਅਫਸਰ ਸੀਗੇ, ਉਹਨਾਂ ਦੇ ਹਮਦਰਦੀ ਬੰਦੇ ਵੀ ਹੁੰਦੇ ਹੀ ਹੈ। ਉਹਨਾਂ ਨੇ ਆਪਣੇ ਹਮਦਰਦੀਆਂ ਨੂੰ ਕਹਿ ਕੇ ਵੀ ਸਾਡੀ ਇੱਕ ਚਿੱਠੀ ਸਾਡੇ ਪਿਤਾ ਤੱਕ ਪਹੁੰਚਾ ਦਿਆ ਜੇ, ਤੁਹਾਡਾ ਇਹ ਸਾਡੇ ਤੇ ਅਹਿਸਾਨ ਹੋਵੇਗਾ। ਮਰਨ ਤੋਂ ਪਹਿਲਾਂ ਉਹਨਾਂ ਚਾਰਾਂ ਬੱਚਿਆਂ ਨੇ ਆਪਣੇ ਪਿਤਾ ਦੌਲਤ ਖਾਨ ਨਵਾਬ ਵੱਲ ਇੱਕ ਚਿੱਠੀ ਲਿਖੀ। ਬੇਦੋਸੇ ਮਾਰੇ ਪੁੱਤ ਤੂੰ ਬ੍ਰਹਮ ਕਾ ਹੰਕਾਰੇ। ਬੈਰਮ ਕਾ ਹੰਕਾਰੇ। ਬੇਦੋਸੇ ਮਾਰੇ ਪੁੱਤ, ਹੇ ਮੇਰੇ ਪਿਤਾ ਬਾਪੂ ਜੀ, ਆਹ ਚਿੱਠੀ ਜਿਹੜੀ ਤੈਨੂੰ ਅਸੀਂ ਲਿਖ ਰਹੇ ਹਾਂ, ਹੋ ਸਕਦਾ ਚਿੱਠੀ ਮਿਲਣ ਤੱਕ ਅਸੀਂ ਦੁਨੀਆ ਤੇ ਨਾ ਰਹੀਏ। ਬੱਚਿਆਂ ਨੇ ਲਿਖਿਆ ਵੀ ਚਿੱਠੀ ਤੈਨੂੰ ਮਿਲੇਗੀ, ਹੋ ਸਕਦਾ ਚਿੱਠੀ ਪਹੁੰਚਣ ਤੋਂ ਪਹਿਲਾਂ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ। ਇਹ ਬਾਦਸ਼ਾਹ ਬੈਰਮ ਖਾਂ ਹੰਕਾਰੀ ਹੈ, ਇਹਨੇ ਤੇਰੇ ਬੇਦੋਸੇ ਚਾਰੇ ਪੁੱਤਰ ਮਾਰ ਦੇਣੇ ਆ। ਅਸੀਂ ਚਾਰੇ ਹੀ 1-2 ਦਿਨ ਦੇ ਪ੍ਰਾਹੁਣੇ ਆ, ਘੜੀ ਪਲ ਦੀ ਸਾਡੀ ਕੋਈ ਖਬਰ ਨਹੀਂ। ਇਹ ਬਾਦਸ਼ਾਹ ਸਾਨੂੰ ਕਿਸੇ ਵੇਲੇ ਵੀ ਕਤਲ ਕਰ ਸਕਦਾ। ਮਰਨ ਤੋਂ ਪਹਿਲਾਂ ਇਹਨਾਂ ਬੱਚਿਆਂ ਨੇ ਚਿੱਠੀ ਲਿਖ ਕੇ ਲੁਧਿਆਣੇ ਭੇਜ ਦਿੱਤੀ। ਨਾਠ ਕਾਬਲ ਸੁਣ ਆਵੇ ਤੋਹੀ ਪੀ ਦੇਗ ਮਾਰੇ। ਤੂੰ ਵੀ ਨੱਠ ਜਾ ਕਾਬਲ ਵੱਲ। ਦੌਲਤ ਖਾਨ ਨੂੰ ਖਬਰ ਕੀਤੀ। ਇਹ ਕਥਾ ਸਾਧ ਸੰਗਤ ਜੀ ਕੱਲੀ ਪੰਥ ਪ੍ਰਕਾਸ਼ ਵਿੱਚ ਹੀ ਨਹੀਂ, ਇੰਡੀਆ ਦੇ ਜਿਹੜੀਆਂ ਪ੍ਰਸਿੱਧ ਕਿਤਾਬਾਂ ਹਨ ਉਹਨਾਂ ਵਿੱਚ ਵੀ ਹੈ। ਕੇਸੀ ਮਜ਼ੂਮਦਾਰ ਬੰਗਾਲ ਦੇ ਬਹੁਤ ਵੱਡੇ ਹਿਸਟੋਰੀਅਨ ਹੋਏ, ਇਹਨਾਂ ਨੇ ਭਾਰਤ ਦੀ ਸਾਰੀ ਹਿਸਟਰੀ 3 ਵੋਲੀਅਮ 'ਚ ਅੰਗਰੇਜ਼ੀ 'ਚ ਲਿਖੀ ਹੈ। ਉਹਦੇ 'ਚ ਵੀ ਇਹ ਗੱਲ ਇੱਦਾਂ ਹੀ ਆਈ ਹੈ। ਉਹ ਕਹਿੰਦੇ ਆ ਵੀ ਦੌਲਤ ਖਾਨ ਦਾ ਅਤੇ ਇਬਰਾਹੀਮ ਲੋਧੀ ਦਾ ਆਪਸ 'ਚ ਬਹੁਤ ਕਰੜਾ ਵੈਰ ਪੈ ਗਿਆ ਸੀਗਾ। ਜਦੋਂ ਚਾਰੇ ਬੱਚੇ ਉਹਦੇ ਮਾਰ ਦਿੱਤੇ, ਉਹ ਕਿੱਥੇ ਆਪਣੇ ਇਹਨਾਂ ਦਾ ਮਿੱਤਰ ਬਣੇਗਾ। ਉਹਨੇ ਫਿਰ ਬੱਚਿਆਂ ਨੇ ਇਹ ਵੀ ਲਿਖਿਆ ਵੀ ਬਾਪੂ ਸਾਨੂੰ ਮਾਰਨ ਤੋਂ ਬਾਅਦ ਤੈਨੂੰ ਮਾਰੇਗਾ ਅਤੇ ਤੂੰ ਨੱਠ ਜਾ, ਲੁਧਿਆਣੇ ਨਾ ਠਹਿਰ। ਦੌਲਤ ਖਾਂ ਪਹਿਲਾਂ ਰਹਿੰਦਾ ਸੀ ਸੁਲਤਾਨਪੁਰ, ਪਰ ਜਦੋਂ ਉਹ ਬੁੱਢਾ ਹੋ ਗਿਆ ਤੇ ਉਹ ਲੁਧਿਆਣੇ ਆ ਗਿਆ ਸੀ। ਲੋਧੀਆਣਾ, ਲੋਧੀਆਂ ਦਾ ਇਹ ਰਾਜ ਹੈ, ਸ਼ਹਿਰ ਬਣਾਇਆ ਹੋਇਆ ਲੋਧੀਆਣਾ, ਇੱਥੇ ਰਹਿੰਦਾ ਸੀ। ਸੋ ਤੂੰ ਲੁਧਿਆਣੇ ਨਾ ਰਵੀਂ, ਇੱਥੋਂ ਨੱਠ ਜਾਈਂ, ਤੇਰੀ ਜਾਨ ਨੂੰ ਵੀ ਖਤਰਾ ਹੈ। ਤੈ ਤੋਂ ਸਰੇ ਤੂੰ ਨਾ ਟਲੀ ਜੇ ਅਸੀਂ ਪਿਆਰੇ। ਬਾਪੂ ਤੂੰ ਪਠਾਨ ਹੈ ਤੇ ਪਠਾਨ ਆਪਣੇ ਪਰਿਵਾਰ ਦਾ ਬਦਲਾ ਲੈਂਦੇ ਆ। ਜੇ ਤੇ ਤੂੰ ਸਰੇ ਤੇ ਸਾਡੀ ਮੌਤ ਦਾ ਬਦਲਾ ਜ਼ਰੂਰ ਲਵੀਂ। ਇਹ ਬੱਚੇ ਲਿਖ ਰਹੇ ਆ। ਪਠਾਣਾਂ ਦੇ ਤਾਂ 7-7 ਪੀੜ੍ਹੀਆਂ ਬਾਅਦ ਬਦਲਾ ਲੈ ਲੈਂਦੇ ਆ, ਉਹਨਾਂ ਦਾ ਚੱਲੀ ਆਉਂਦੀ ਹੈ ਦੁਸ਼ਮਣੀ। ਤੈਥੋਂ ਸਰੇ ਤੂੰ ਨਾ ਟਲੀ, ਜੇ ਤੇਰੇ ਤੋਂ ਸਰਿਆ ਹੈ ਤੇ ਤੂੰ ਬੁੱਢਾ, ਪਰ ਤੂੰ ਪਠਾਨ ਹੈ, ਮਰਦ ਹੈ। ਜੇ ਆਪਣੇ ਪੁੱਤਰਾਂ ਦਾ ਸ਼ਹੀਦੀ ਦਾ ਬਦਲਾ ਲੈ ਸਕੇ ਤਾਂ ਜ਼ਰੂਰ ਲਵੀਂ, ਕਾਬਲ ਚਲਾ ਜਾਵੀਂ। ਅੱਗੋਂ ਜਾਈ ਮਿਲ ਗੁਰੂ ਤਾਂ ਹੋਊ ਗੁਕਾਰੇ। ਜੇ ਬਾਪੂ ਤੂੰ ਇਹ ਸੋਚੇ ਵੀ ਤੂੰ ਬੁੱਢਾ ਹੈ, ਤੇਰੀ ਮਦਦ ਨਹੀਂ ਕਿਸੇ ਨੇ ਕਰਨੀ, ਤੂੰ ਘਬਰਾਈ ਨਾ। ਤੈਨੂੰ ਹੋਰ ਕਿਤੇ ਨਾ ਜਾਏ ਤੇ ਪੀਰ ਨਾਨਕ ਕੋਲ ਚਲਾ ਜਾਈਂ। ਪੀਰ ਨਾਨਕ ਸਾਡਾ ਗੁਰੂ ਹੈ, ਉਹਦੇ ਚਰਨਾਂ 'ਚ ਜਾ ਕੇ ਤੂੰ ਸਾਡੇ ਮਰਨ ਦਾ ਦੁੱਖ ਸੁਣਾਵੀਂ, ਸਾਡਾ ਰੋਣਾ ਦੱਸੀ। ਪੀਰ ਨਾਨਕ ਤੇਰੀ ਮਦਦ ਕਰੇਗਾ। ਹਾਂਜੀ। ਜੇ ਜਾਵੇਂ ਗੁਰਬਚਨ ਲੈ ਨਾ ਹੋਵ ਗਹਾਰੇ। ਤੇ ਜੇ ਪੀਰ ਨਾਨਕ ਨੇ ਆਸ਼ੀਰਵਾਦ ਦੇ ਦਿੱਤੀ ਤੇ ਤੂੰ ਸਾਡੀ ਮੌਤ ਦਾ ਬਦਲਾ ਲੈ ਲਵੇਂਗਾ, ਹਾਰੇਗਾ ਨਹੀਂ। ਬਾਪੂ ਤੂੰ ਸਾਡੀ ਬੇਨਤੀ ਮੰਨੀ, ਇੱਕ ਵਾਰੀ ਸਾਡੀ ਮੌਤ ਦੀ ਖਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚਾ ਦੇਵੀਂ। ਹੈ ਸਭ ਜਾਣੀ ਜਾਣ ਗੁਰ ਜਾਂ ਕਰੀ ਪੁਕਾਰੇ। ਉਹ ਜਾਣੀ ਜਾਣ ਹਨ, ਤਿੰਨਾਂ ਲੋਕਾਂ ਦੇ ਮਾਲਕ ਹਨ, ਜਿਨ੍ਹਾਂ ਦੇ ਬਚਨ ਨਾਲ ਸਾਡਾ ਜਨਮ ਹੋਇਆ। ਬਾਪੂ ਤੂੰ ਉਹਨਾਂ ਕੋਲ ਜਾ ਕੇ ਪੁਕਾਰ ਕਰੀ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਦੱਸੀ ਕਿ ਮੇਰੇ ਬੱਚੇ ਤੁਹਾਡੇ ਸਿੱਖ ਜ਼ਾਲਮ ਬਾਦਸ਼ਾਹ ਨੇ ਨੀਹਾਂ 'ਚ ਚਿਣ ਕੇ ਮਾਰ ਦਿੱਤੇ ਹੈ। ਦਿੱਤੇ ਜੋ ਫਰਜ਼ੰਦ ਤੈ ਕਹੀਂ ਤੇ ਉਨ ਮਾਰੇ। ਚਿੱਠੀ 'ਚ ਲਿਖਿਆ ਬੱਚਿਆਂ ਨੇ। ਆਖੀ ਬਾਪੂ, ਹੇ ਗੁਰੂ ਨਾਨਕ, ਜੋ ਤੁਸੀਂ 4 ਸਾਨੂੰ ਪੁੱਤਰ ਦਿੱਤੇ ਸੀ, ਉਹ ਇਸ ਜ਼ਾਲਮ ਬਾਦਸ਼ਾਹ ਇਬਰਾਹੀਮ ਲੋਧੀ ਨੇ ਮਾਰ ਦਿੱਤੇ ਹੈ, ਕਤਲ ਕਰ ਦਿੱਤੇ ਹੈ ਤੇਰੇ ਸਿੱਖ। ਯੋ ਸੁਨ ਦੌਲਤ ਨੱਠ ਤੁਰਿਓ ਵੈ ਛੱਡ ਲੁਧਿਆਣਾ। ਸੋ ਇਹ ਚਿੱਠੀ ਲੁਧਿਆਣੇ ਆਈ। ਜਦੋਂ ਚਿੱਠੀ ਪੜ੍ਹੀ ਧਰਤੀ ਕੰਬ ਗਈ। ਜਿਸ ਪਿਓ ਦੇ 4 ਹੀ ਬੱਚੇ ਮੌਤ ਦੇ ਮੂੰਹ 'ਚ ਹੋਣ, ਉਹਨੂੰ ਕੀ ਚੰਗਾ ਲੱਗਣਾ ਸੀ। ਪਹਿਲਾਂ ਤਾਂ ਘਬਰਾ ਗਿਆ, ਫਿਰ ਸੋਚਿਆ ਵੀ ਪੁੱਤਰਾਂ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਕੋਲ ਜਾਣਾ। ਉਸੇ ਵੇਲੇ ਲੁਧਿਆਣਿਓਂ ਦੌੜਿਆ। ਬੁੱਢਾ ਦੌਲਤ ਖਾਂ ਪਤਾ ਕਰਦਾ ਕਿੱਥੇ ਨੇ ਗੁਰੂ ਨਾਨਕ ਸਾਹਿਬ ਜੀ। ਹਾਂਜੀ। ਰਾਹ ਪੁੱਛਿਓ ਇਮਨਾਬਾਦ ਕੋ ਵਾਂਗ ਕਾ ਸੁਲਤਾਨਾ। ਪਤਾ ਲੱਗਾ ਗੁਰੂ ਨਾਨਕ ਸਾਹਿਬ ਇਸ ਵੇਲੇ ਐਮਨਾਬਾਦ ਭਾਈ ਲਾਲੋ ਤਰਖਾਣ ਦੇ ਕੋਲ ਠਹਿਰੇ ਹੋਏ ਨੇ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦੀਆਂ
ਪੂਰੀਆਂ ਵਿੱਚੋਂ ਲਹੂ ਦੀਆਂ ਧਾਰਾਂ ਵਗਾਈਆਂ ਨੇ ਤੇ ਗਰੀਬ ਲਾਲੋ ਦੇ ਦੁੱਧ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਦੀਆਂ ਧਾਰਾਂ ਵਗਾਈਆਂ ਉਹਦੇ ਪ੍ਰਸ਼ਾਦੇ ਵਿੱਚੋਂ, ਕੋਧਰੇ ਦੇ ਪ੍ਰਸ਼ਾਦੇ ਵਿੱਚੋਂ। ਸੋ ਸਾਧ ਸੰਗਤ ਜੀ, ਉਸ ਨਗਰ ਐਮਨਾਬਾਦ ਨੂੰ ਰਾਏ ਦੌਲਤ ਖਾਨ ਨਵਾਬ ਤੁਰ ਪਿਆ। ਹਾਂਜੀ, ਰਾਤ ਦਿਸ ਉੱਠ ਦੌੜਿਆ ਕਰ ਕਾਲਾ ਬਾਣਾ। ਉਹਨੇ ਕਾਲਾ ਬਾਣਾ ਪਾ ਲਿਆ। ਮੁਸਲਮਾਨਾਂ 'ਚ ਕਿਸੇ ਦੇ ਘਰ ਮੌਤ ਹੋ ਜਾਵੇ, ਇਹ ਵੈਸੇ ਸਾਰੇ ਹੀ ਸੋਗ ਦਾ ਬਾਣਾ ਮੰਨਿਆ ਜਾਂਦਾ, ਕਾਲਾ ਬਾਣਾ। ਉਹਨੇ ਕਾਲਾ ਬਾਣਾ ਪਾ ਲਿਆ। ਪੁੱਤਰਾਂ ਦੀ ਮੌਤ, ਚਾਰੇ ਬੱਚਿਆਂ ਦੀ ਮੌਤ ਦਾ ਉਹਨੂੰ ਪਤਾ ਲੱਗਾ। ਉਸੇ ਵੇਲੇ ਦੌੜਿਆ ਉਹ। ਉਸੇ ਵਿਹਾਵੇ ਤੁਰਨ ਕੋ ਨੈ ਸੂਝੈ ਖਾਣਾ। ਉਹਨੂੰ ਰੋਟੀ ਖਾਣੀ ਨਹੀਂ ਸੁੱਝਦੀ, ਉਹਨੂੰ ਨੀਂਦ ਨਹੀਂ ਆਉਂਦੀ। ਉਹਦੇ ਚਾਰੇ ਬੱਚੇ ਮਾਰੇ ਗਏ ਆ। ਉਸ ਬਾਪ ਦਾ ਕੀ ਹਾਲ ਹੋਵੇਗਾ। ਦੌਲਤ ਖਾਨ ਨਵਾਬ ਘਬਰਾਇਆ ਹੋਇਆ, ਘੋੜੇ ਦੀ ਸਵਾਰੀ ਕਰਦਾ ਹੋਇਆ ਐਮਨਾਬਾਦ ਸ਼ਹਿਰ 'ਚ ਜਾ ਪਹੁੰਚਿਆ। ਜੈ ਸ੍ਰੀ ਸਤਿਗੁਰ ਤਪ ਕਰਤ ਉਪਰ ਬੈਠੇ ਰੋੜ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਵਿੱਚ ਭਾਈ ਗੁਰਦਾਸ ਜੀ ਲਿਖਦੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਓ ਬਣ ਆਈ। ਬੜੀ ਭਾਰੀ ਕਰੜੀ ਤਪੱਸਿਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਆਪ ਕੀਤੀ ਹੈ, ਫਿਰ ਨਾਮ ਦੀਆਂ ਦਾਤਾਂ ਸਿੱਖਾਂ ਨੂੰ ਦਿੱਤੀਆਂ ਨੇ। ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਓ ਬਣ ਆਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਰੋੜੀ ਸਾਹਿਬ ਗੁਰਦੁਆਰਾ ਰੋੜਾਂ ਤੇ ਬਹਿ ਕੇ ਪਾਤਸ਼ਾਹ ਤਪ ਕਰਦੇ ਸਨ। ਤਰਾਹੇ ਤਰਾਹੇ ਕਹਿ ਕਰ ਗਿਰਿਓ ਉਪਰ ਚਰਨਨ ਦੌੜ। ਦੌਲਤ ਖਾਂ ਉੱਥੇ ਪਹੁੰਚਿਆ, ਜਾ ਕੇ ਮਹਾਰਾਜ ਦੇ ਚਰਨਾਂ ਦੇ ਤਰਾਹੇ 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 ਕਰਕੇ ਜਾ ਪਿਆ। ਲੰਮਾ ਪੈ ਗਿਆ ਚਰਨਾਂ ਤੇ, ਮੱਥਾ ਟੇਕਿਆ। ਥੇ ਸਤਿਗੁਰ ਸਭ ਜਾਣੀ ਜਾਣ। ਸ੍ਰੀ ਗੁਰੂ ਨਾਨਕ ਸਾਹਿਬ ਤਾਂ ਜਾਣੀ ਜਾਣ ਸਨ, ਸਭ ਪਤਾ ਸੀ ਉਹਨਾਂ ਨੂੰ ਵੀ ਕੀ ਭਾਣਾ ਵਰਤਿਆ। ਉਹ ਪਹਿਲਾਂ ਹੀ ਸਾਧ ਸੰਗਤ ਜੀ, ਜੋ ਕੁਝ ਹੁੰਦਾ ਨਾ, ਹੁੰਦਾ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਬਿਗਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਹੋਰ ਦੂਸਰਾ ਕੋਈ ਨਹੀਂ ਕਰਤਾ, ਇੱਕੋ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪੈ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਮਹਾਰਾਜ ਨੇ ਖੇਡ ਆਪ ਹੀ ਰਚਾਣੀ ਸੀਗੀ, ਇਹ ਭਾਣਾ ਵਰਤਣਾ ਸੀ। ਜੇ ਪਠਾਨ ਇਹ ਜ਼ੁਲਮ ਨਾ ਕਰਦੇ ਤੇ ਇਤਿਹਾਸ ਕਿਵੇਂ ਬਣਦਾ ਬਾਬਰ ਦੇ ਆਉਣ ਦਾ। ਪਠਾਣਾ ਨੇ ਇਹ 4 ਬੱਚੇ ਸ਼ਹੀਦ ਕੀਤੇ, 5ਵਾਂ ਰਾਏ ਬੁਲਾਰ ਦਾ ਬੇਟਾ ਵੀ ਸ਼ਹੀਦ ਕੀਤਾ। ਤੇ ਗੁਰੂ ਨਾਨਕ ਸਾਹਿਬ ਸਭ ਜਾਣਦੇ ਸਨ, ਸਤਿਗੁਰੂ ਜਾਣੀ ਜਾਣ ਪੁਰਖ ਸਨ। ਹਾਂਜੀ, ਉਸ ਕਾ ਰਖਨੇ ਖਾਤਰ ਮਾਣ। ਮਹਾਰਾਜ ਦੌਲਤ ਖਾਨ ਦੀ ਬੇਨਤੀ ਸੁਣ ਕੇ ਉਹਦਾ ਮਾਣ ਰੱਖਣ ਵਾਸਤੇ ਸਤਿਗੁਰ ਬਾਤ ਸਭੋ ਸੁਣ ਲਈ। ਮਹਾਰਾਜ ਉਹਦੀ ਸਾਰੀ ਗੱਲ ਸੁਣਦੇ। ਦੁਖੀ ਬੰਦੇ ਦੀ ਗੱਲ ਬੜੇ ਇਤਮਾਨ ਨਾਲ ਸੁਣਨੀ ਪੈਂਦੀ ਹੈ। ਮਹਾਰਾਜ ਬੈਠੇ ਰਹੇ। ਦੌਲਤ ਖਾਨ ਰੋ ਰੋ ਕੇ ਆਪਣੇ ਬੱਚਿਆਂ ਦੀ ਮੌਤ ਦਾ ਕਿੱਸਾ ਸੁਣਾਉਂਦਾ ਰਿਹਾ। ਜੋ ਖਬਰਾਂ ਨੂੰ ਮਿਲੀਆਂ ਸੀ ਕਿ ਦੌਲਤ ਖਾਨ ਨੂੰ ਵੀ ਇੱਦਾਂ ਇੱਦਾਂ ਮੇਰੇ ਬੱਚਿਆਂ ਨੂੰ ਬਾਦਸ਼ਾਹ ਬੈਰਮ ਖਾਨ ਇਬਰਾਹੀਮ ਲੋਧੀ ਨੇ ਨੀਹਾਂ ਵਿੱਚ ਚਿਣ ਕੇ ਮਾਰਿਆ ਹੈ, ਤਸੀਹੇ ਦੇ ਕੇ ਮਾਰਿਆ ਹੈ। ਉਹ ਸਾਰੇ ਜ਼ੁਲਮਾਂ ਦੀ ਕਹਾਣੀ ਜੋ ਬਾਦਸ਼ਾਹ ਇਬਰਾਹੀਮ ਲੋਧੀ ਕਰ ਰਿਹਾ ਸੀ ਦਿੱਲੀ ਦੇ ਵਿੱਚ, ਗੁਰੂ ਨਾਨਕ ਸਾਹਿਬ ਬੜੇ ਧਿਆਨ ਨਾਲ ਸੁਣ ਰਹੇ ਨੇ। ਸਭ ਕਹੀ ਕਤ ਹਕੀਕਤ ਦੌਲਤ ਕਹੀ। ਦੌਲਤ ਖਾਨ ਸਾਰੀ ਹਕੀਕਤ ਸੁਣਾ ਰਿਹਾ ਹੈ ਤੇ ਗੁਰੂ ਸਾਹਿਬ ਜੀ ਸੁਣ ਰਹੇ ਨੇ। ਸੋ ਸੁਨ ਸਤਿਗੁਰ ਚੁੱਪ ਹਵੈ ਰਹਿਓ। ਮਹਾਰਾਜ ਇਸ ਪਿਤਾ ਦਾ ਦੁੱਖ ਸੁਣ ਕੇ, ਉਹਦਾ ਰੋਣਾ ਸੁਣ ਕੇ ਬੜੇ ਗਹਿਰ ਗੰਭੀਰ ਹੋ ਗਏ ਤੇ ਕਿੰਨੇ ਹੀ ਮਿੰਟ ਚੁੱਪ ਕਰਕੇ ਬੈਠੇ ਰਹੇ। ਸ਼ਤਾਬੀ ਉੱਤਰ ਨਾਹਿਨ ਦਇਓ। ਕਾਹਲੀ ਨਾਲ ਕੋਈ ਉੱਤਰ ਨਹੀਂ ਦਿੱਤਾ। ਸੱਚੇ ਪਾਤਸ਼ਾਹ ਬੜੀ ਗੰਭੀਰ ਵਿਚਾਰ ਕਰਨ ਲੱਗ ਪਏ। ਹਿੰਦੁਸਤਾਨ ਦੀ ਹਾਲਾਤ ਦੇਖੀ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਹੇ ਨੇ ਨਾ, ਜੈਸੀ ਬਿਆਵੈ ਖਸਮ ਕੀ ਬਾਣੀ, ਤੈਸੜਾ ਕਰਿ ਗਿਆਨ ਵੇ ਲਾਲੋ। ਪਾਪ ਕੀ ਜੰਜਲਾ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਹ ਵਚਨ ਪੂਰੇ ਹੋਣ ਦਾ ਸਮਾਂ ਆ ਗਿਆ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਸਾਹਿਬ ਜੀ ਤਬ ਦੌਲਤ ਫੇਰ ਮਿਹਨਤ ਕਰੀ। ਗੰਭੀਰ ਹੋ ਕੇ ਸੋਚ ਰਹੇ ਨੇ ਜੋ ਭਾਣਾ ਵਰਤਣਾ ਹੈ, ਜੋ ਖੇਡ ਬਣਨੀ ਹੈ। ਦੌਲਤ ਖਾਨ ਨੇ ਫੇਰ ਮਿਹਨਤ ਕੀਤੀ, ਹੇ ਪੀਰ ਜੀ, ਹੇ ਸਤਿਗੁਰੂ ਜੀ, ਗਰੀਬ ਨਵਾਜ਼ ਜੀ, ਕਿਰਪਾ ਕਰੋ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਮੇਰੇ ਬੱਚਿਆਂ ਨੇ ਮਰਨ ਤੋਂ ਪਹਿਲਾਂ ਤੁਹਾਡਾ ਨਾਂ ਲਿਆ ਹੈ। ਮੇਰੇ ਬੱਚਿਆਂ ਨੇ ਕਿਹਾ ਹੈ
ਕਿ ਪੀਰ ਨਾਨਕ ਸਾਡੀ ਮੌਤ ਦਾ ਬਦਲਾ ਲੈ ਕੇ ਦੇਣਗੇ। ਸਿਰੋਂ ਲਾਹੇ ਪਗ ਚਰਨਨ ਧਰੀ। ਦੌਲਤ ਖਾਂ ਨੇ ਆਪਣੇ ਸਿਰ ਤੋਂ ਪੱਗ ਲਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੀ। ਸਾਧ ਸੰਗਤ ਜੀ, ਭਾਈ ਗੁਰਦਾਸ ਦੀ 11ਵੀਂ ਵਾਰ ਪੜ੍ਹੋ। ਉਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਕਿ ਦੌਲਤ ਖਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ ਹੈ। ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਿਨਾਸੀ। ਉਹ ਸਿੱਖਾਂ ਦੀ ਜਿਹੜੀ ਵਾਰ ਹੈ ਨਾ 11ਵੀਂ ਵਾਰ, ਉਹਦੇ 'ਚ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ 'ਚ ਗਿਣਿਆ ਗਿਆ ਹੈ। ਸੋ ਉਹਨੇ ਆਪਣੀ ਪੱਗ ਲਾ ਕੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੱਖ ਦਿੱਤੀ। ਮੈਂ ਸ਼ਰਨੀ ਤਵ ਪਰਿਉ ਆਏ। ਇਹ ਗਰੀਬ ਨਵਾਜ਼ ਜੀਓ, ਮੈਂ ਆਪ ਜੀ ਦੀ ਸ਼ਰਣੀ ਆ ਪਿਆ ਹਾਂ। ਮੈਂ ਤੁਹਾਡਾ ਹਾਂ, ਮੇਰਾ ਹੁਣ ਤੁਹਾਡੇ ਹੀ ਉੱਤੇ ਭਰੋਸਾ ਹੈ। ਤੁਸੀਂ ਮੇਰੀ ਲਾਜ ਰੱਖਣੀ ਹੈ। ਭਾਵੇਂ ਮਾਰੋ ਭਾਵੇਂ ਜਿਵਾਏ। ਭਾਵੇਂ ਮਾਰੋ ਤੇ ਭਾਵੇਂ ਜਿਵਾਓ, ਇਹ ਹੁਣ ਤੁਹਾਡੀ ਮਰਜ਼ੀ ਹੈ। ਹਾਂਜੀ। ਬੈਰਨ ਮਾਰੇ ਸਿੱਖ ਤੁਹਾਰੇ। ਇਹ ਮਹਾਰਾਜ ਮੇਰੇ ਬੱਚੇ ਨਹੀਂ ਸਨ, ਉਹ ਤੁਹਾਡੇ ਸਨ, ਕਿਉਂਕਿ ਤੁਹਾਡੇ ਵਰ ਨਾਲ ਪੈਦਾ ਹੋਏ ਸਨ ਤੇ ਉਹ ਤੁਹਾਡੇ ਸਿੱਖ ਸਨ। ਚਾਰੇ ਬੱਚੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਪ੍ਰਸ਼ਾਦਾ ਛਕਦੇ ਸਨ। ਗੁਰੂ ਕੇ ਪ੍ਰੇਮੀ ਸਨ। ਮਹਾਰਾਜ ਬੈਰਮ ਖਾਨ ਨੇ, ਇਬਰਾਹਿਮ ਲੋਧੀ ਨੇ ਤੁਹਾਡੇ ਸਿੱਖਾਂ ਨੂੰ ਨੀਹਾਂ 'ਚ ਚਿਣ ਚਿਣ ਕੇ ਮਾਰ ਦਿੱਤਾ ਹੈ। ਤੁਮਰੇ ਆਗੇ ਹਮੇ ਪੁਕਾਰੇ। ਤੇ ਮੇਰੇ ਬੱਚਿਆਂ ਨੇ ਆਹ ਚਿੱਠੀ ਲਿਖ ਕੇ ਮੈਨੂੰ ਭੇਜੀ ਹੈ। ਉਹਨਾਂ ਨੇ ਸਿਰਫ ਤੁਹਾਨੂੰ ਪੁਕਾਰਿਆ ਹੈ। ਸਾਡੇ ਬੱਚਿਆਂ ਨੂੰ ਮਰਨ ਤੋਂ ਪਹਿਲਾਂ ਤੁਹਾਡੀ ਯਾਦ ਆਈ ਹੈ। ਉਹਨਾਂ ਨੂੰ ਹੋਰ ਦੁਨੀਆ ਦੇ ਕੋਈ ਆਸਰਾ ਨਜ਼ਰ ਨਹੀਂ ਆਇਆ ਗੁਰੂ ਨਾਨਕ ਸਾਹਿਬ ਜੀ ਆਪ ਜੀ ਤੋਂ ਬਿਨਾਂ। ਹਾਂਜੀ। ਤੁਮ ਕੋ ਹੈ ਸਿੱਖਣ ਕੀ ਲਾਜ। ਇਹ ਗਰੀਬ ਨਵਾਜ਼ ਜੀ, ਆਪਣੇ ਸਿੱਖਾਂ ਦੀ ਲਾਜ ਤੁਹਾਨੂੰ ਹੈ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਾਵੈ। ਸੇਵਕੋ ਨਿਕਟੀ ਹੋਏ ਦਿਖਾਵੈ। ਸਤਿਗੁਰੂ ਜੀ, ਆਪਣੇ ਗਰੀਬਾਂ ਸਿੱਖਾਂ ਦੀ ਲਾਜ ਤੁਸੀਂ ਰੱਖਣੀ ਹੈ। ਹਾਂਜੀ। ਪਠਾਨ ਉਠਾਵੈ ਹਿੰਦੁਨ ਰਾਜ। ਇਹ ਮਹਾਰਾਜ ਹਿੰਦੁਸਤਾਨ ਵਿੱਚੋਂ ਹੁਣ ਇਹਨਾਂ ਪਠਾਣਾਂ ਦਾ ਰਾਜ ਖਤਮ ਕਰ ਦਿਓ। ਹਾਲਾਂਕਿ ਪਠਾਨ ਦੌਲਤ ਖਾਂ ਵੀ ਲੋਧੀ ਪਠਾਨ ਉਸੇ ਬਰਾਦਰੀ ਦਾ ਹੀ ਹੈ। ਜਿਹੜੀ ਲੋਧੀ ਬਰਾਦਰੀ ਦਾ ਇਬਰਾਹਿਮ ਲੋਧੀ ਹੈ, ਉਸੇ ਬਰਾਦਰੀ ਦਾ ਹੀ ਦੌਲਤ ਖਾਂ ਲੋਧੀ ਹੈ। ਲੋਧੀ ਜਾਤ ਇਹਨਾਂ ਦੀ। ਪਰ ਦੁਖੀ ਹੋ ਗਿਆ ਜਦੋਂ ਕੋਈ ਬੰਦਾ ਆਪਣੀ ਬਰਾਦਰੀ ਦੇ ਜ਼ੁਲਮਾਂ ਤੋਂ ਦੁਖੀ ਹੋ ਜਾਏ। ਉਹ ਕਹਿੰਦਾ ਮੇਰੀ ਬਰਾਦਰੀ ਤੋਂ ਮੈਂ ਕੀ ਲੈਣਾ, ਜਾਂਦੀ ਖੂਹ ਜਾਵੇ। ਖਤਮ ਕਰ ਦਿਓ ਮਹਾਰਾਜ, ਹੁਣ ਸਾਡਾ ਰਾਜ ਪਠਾਣਾਂ ਦਾ। ਅਸੀਂ ਬੜੇ ਜ਼ਾਲਮ ਹੋ ਗਏ ਹਾਂ, ਅਸੀਂ ਆਪਣੇ ਹੀ ਮਾਰਨ ਲੱਗ ਪਏ ਹਾਂ। ਦੇਖੋ ਮਹਾਰਾਜ, ਮੇਰੇ ਬੱਚੇ ਵੀ ਮਾਰ ਦਿੱਤੇ ਹਨ। ਹਾਂਜੀ। ਪਠਾਨ ਪਇਓ ਹੈ ਆਦਮ ਖਾਣਾ। ਇਹ ਮਹਾਰਾਜ, ਇਹ ਕਾਣਾ ਬਾਦਸ਼ਾਹ ਸਿਕੰਦਰ ਮਰ ਗਿਆ ਤੇ ਉਹਦਾ ਪੁੱਤਰ ਆਦਮ ਖਾਣਾ ਹੋ ਗਿਆ ਇਬਰਾਹਿਮ ਲੋਧੀ। ਇਹ ਬੰਦੇ ਖਾਣ ਲੱਗ ਪਿਆ ਹੈ। ਦੂਰ ਕਰੋ ਪਛਾਈ ਪਠਾਨਾ। ਇਹ ਮਹਾਰਾਜ ਰਾਏ ਬੁਲਾਰ ਦੇ ਬੇਟੇ ਨੂੰ ਵੀ ਮਾਰ ਦਿੱਤਾ, ਉਹ ਵੀ ਤੁਹਾਡਾ ਸਿੱਖ ਸੀਗਾ। ਹੁਣ ਇਹਨਾਂ ਪਠਾਣਾਂ ਦੀ ਸਫਾ ਵਲੇਟ ਦਿਓ ਮਹਾਰਾਜ, ਸਾਫ਼ ਕਰ ਦਿਓ, ਸਫਾਈ ਕਰ ਦਿਓ ਇਹਨਾਂ ਦੀ ਪਠਾਣਾਂ ਦੀ ਹੁਣ। ਹਾਂਜੀ। ਕਰੋ ਪਾਸ਼ਾਈ ਆਪ ਤੁਮ ਕੈ ਪੁੱਤ ਆਪਣੇ ਦੇਹੋ। ਇਹ ਗੁਰੂ ਨਾਨਕ ਸਾਹਿਬ ਜੀ, ਜਾਂ ਤਾਂ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਬਣ ਜਾਓ, ਜਾਂ ਆਪਣੇ ਪੁੱਤਰ ਬਾਬੇ ਸ੍ਰੀ ਚੰਦ ਜਾਂ ਬਾਬੇ ਲక్ష్ਮੀ ਚੰਦ ਨੂੰ ਹਿੰਦੁਸਤਾਨ ਦਾ ਰਾਜ ਦੇ ਦਿਓ, ਕਿਉਂਕਿ ਮਾਲਕ ਤੁਸੀਂ ਹੋ। ਹਾਂਜੀ। ਵੱਡ ਪਾਸ਼ਾਈ ਹਿੰਦ ਕੀ ਕਰ ਆਪਣੇ ਰੱਖ ਲੈ ਹੋ। ਹਿੰਦੁਸਤਾਨ ਦੀ ਇਹ ਬਹੁਤ ਵੱਡੀ ਬਾਦਸ਼ਾਹੀ ਹੈ। ਹੁਣ ਮਹਾਰਾਜ ਪਠਾਣਾਂ ਨੂੰ ਨਾ ਰਾਜ ਕਰਨ ਦਿਓ, ਇਹ ਤਾਂ ਜ਼ਾਲਮ ਹੋ ਗਏ ਨੇ। ਤੁਸੀਂ ਆਪਣੇ ਬੱਚਿਆਂ ਨੂੰ, ਕਿਸੇ ਪੁੱਤਰ ਨੂੰ ਰਾਜ ਦੇ ਦਿਓ, ਕਿਸੇ ਸਿੱਖ ਨੂੰ ਰਾਜ ਦੇ ਦਿਓ, ਆਪਣੇ ਘਰ ਇਹ ਬਾਦਸ਼ਾਹੀ ਰੱਖ ਲਓ। ਤੁਸੀਂ ਮਹਾਰਾਜ ਸਰਬ ਕਲਾ ਸਮਰਾਥੋ, ਪਾਤਸ਼ਾਹੀ ਕਰਨੀ ਤੁਹਾਡੇ ਵਾਸਤੇ ਕਿਹੜੀ ਔਖੀ ਚੀਜ਼ ਹੈ। ਦੇਖੋ ਦੌਲਤ ਖਾਂ ਦਾ ਕਿੰਨਾ ਵਿਸ਼ਵਾਸ ਹੈ ਸੱਚੇ ਪਾਤਸ਼ਾਹ ਤੇ। ਉਹਨੂੰ ਪਤਾ ਹੈ ਕਿ ਇਹ ਸਤਿਗੁਰੂ ਦਾ ਕਰੋੜਾਂ ਬ੍ਰਹਮੰਡਾਂ ਦੇ ਮਾਲਕਾਂ ਨੇ ਇੱਕ ਮੁਲਕ ਸੰਭਾਲਣਾ ਇਹਨਾਂ ਵਾਸਤੇ ਕਿਹੜੀ ਗੱਲ ਹੈ। ਉਹ ਕਹਿੰਦਾ ਤੁਸੀਂ ਆਪ ਰਾਜ ਲੈ ਲਓ ਜਾਂ ਆਪਣੇ ਪੁੱਤਰਾਂ ਦੋਵਾਂ ਵਿੱਚੋਂ ਇੱਕ ਨੂੰ ਬਾਦਸ਼ਾਹੀ ਦੇ ਦਿਓ। ਸਤਿਗੁਰ ਕਹੀ ਸੁਨ ਦੌਲਤਾ ਪਤਸ਼ਾਹੀ ਅਸਾਨਾ ਲੋੜ। ਦੌਲਤ ਖਾਂ ਦੀ ਗੱਲ ਸੁਣ ਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਤਿਗੁਰੂ ਕਹੀ ਸੁਣ ਦੌਲਤਾ, ਦੌਲਤ ਖਾਂ ਸੁਣ, ਪਾਤਸ਼ਾਹੀ ਅਸਾਨਾ ਲੋੜ। ਸਾਨੂੰ ਪਾਤਸ਼ਾਹੀਆਂ ਦੀ, ਰਾਜਾਂ ਦੀ ਲੋੜ ਨਹੀਂ ਹੈ। ਕਿਆ ਪਾਸ਼ਾਈ ਹਿੰਦ ਕੀ ਅਸਾਂ ਤਜੀ 100 ਲੱਖ ਕਰੋੜ। ਹਿੰਦੁਸਤਾਨ ਦੀ ਪਾਤਸ਼ਾਹੀ ਕੀ ਚੀਜ਼ ਹੈ। ਅਸੀਂ ਤੇ ਲੱਖਾਂ ਕਰੋੜਾਂ ਪਾਤਸ਼ਾਹੀਆਂ ਨੂੰ ਠੋਕਰ ਮਾਰਦੇ ਹਾਂ। ਅਸੀਂ ਇਹਨਾਂ ਪਾਤਸ਼ਾਹੀਆਂ ਤੋਂ ਕੀ ਲੈਣਾ। ਸਾਧ ਸੰਗਤ ਜੀ, ਵਾਕਈ ਸੱਚੀ ਗੱਲ ਹੈ। ਗੁਰੂ ਨਾਨਕ ਦੀ ਨਿਗਾਹ ਜੇ ਕਿਸੇ ਪੱਥਰ ਤੇ ਵੀ ਹੋ ਜਾਵੇ ਤੇ ਉਹ ਵੀ ਹੀਰਾ ਬਣ ਜਾਂਦਾ। ਗੁਰੂ ਨਾਨਕ ਚਾਹੇ ਤਾਂ ਲੱਖਾਂ ਪਾਤਸ਼ਾਹੀਆਂ ਸਿੱਖਾਂ ਨੂੰ ਦੇ ਦਿੰਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਦੌਲਤ ਖਾਂ, ਅਸੀਂ ਕੀ ਕਰਨੀ ਹੈ ਹਿੰਦੁਸਤਾਨ ਦੀ ਬਾਦਸ਼ਾਹੀ। ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਪਾਤਸ਼ਾਹੀ ਨਹੀਂ ਦੇਣੀ।
ਅਸੀਂ ਇਹਨਾਂ ਪਾਤਸ਼ਾਹੀਆਂ ਨੂੰ ਠੋਕਰ ਮਾਰੀ ਹੈ। ਹਮ ਪਤਸ਼ਾਹੀ ਦੇਵਨ ਕਾਜ। ਅਸੀਂ ਤੇ ਪਾਤਸ਼ਾਹੀਆਂ ਦੇਣ ਵਾਲੇ ਆ, ਅਸੀਂ ਲੈਣ ਵਾਲੇ ਨਹੀਂ ਆ। ਅਸੀਂ ਤਾਂ ਸਾਰੀ ਦੁਨੀਆ ਨੂੰ ਰਾਜ ਦੇਣ ਵਾਲੇ ਹਾਂ। ਭੇਜੋ ਕਲਯੁਗ ਆਪ ਮਹਾਰਾਜ। ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗ ਦਾ ਰਾਜਾ ਬਾਦਸ਼ਾਹ ਬਣਾਇਆ। ਅਸੀਂ ਇਸ ਯੁੱਗ ਦੇ ਬਾਦਸ਼ਾਹ ਹਾਂ। ਇਸ ਯੁੱਗ ਵਿੱਚ ਸਾਡਾ ਰਾਜ ਸਾਰੇ ਖੰਡਾਂ ਬ੍ਰਹਮੰਡਾਂ ਉੱਤੇ ਹੈ। ਅਸੀਂ ਜਾਣੇ ਬੋਇਆ ਮੈਂ ਦੁੱਖ। ਅਸੀਂ ਇਸ ਝੂਠੀ ਪਾਤਸ਼ਾਹੀ ਨੂੰ ਠੋਕਰ ਤਾਂ ਮਾਰੀ ਹੈ ਕਿ ਅਸੀਂ ਇਹਦੇ 'ਚ ਦੁੱਖ ਵੇਖੇ ਆ। ਜਿੰਨੀਆਂ ਦੁਨਿਆਵੀ ਪਾਤਸ਼ਾਹੀਆਂ ਹਨ ਉਹ ਸਾਰੀਆਂ ਦੁੱਖ ਨਾਲ ਮਿਲੀਆਂ ਹੋਈਆਂ ਹਨ। ਹਰ ਕੀ ਭਗਤ ਮਾਹੇ ਬੋ ਸੁਖ। ਜਿਹੜੀ ਪਾਤਸ਼ਾਹੀ ਸਾਨੂੰ ਮਿਲੀ ਹੈ ਉਹਦੇ 'ਚ ਬੜਾ ਸੁੱਖ ਹੈ। ਹਰੀ ਦੀ ਭਗਤੀ ਦਾ ਜੋ ਆਨੰਦ ਹੈ ਉਹ ਇਹ ਸੁੱਖ ਰਾਜ ਨਾ ਰਾਜ ਦੇ ਵਿੱਚ ਉਹ ਸੁੱਖ ਨਹੀਂ ਹੁੰਦਾ ਜਿਹੜਾ ਪਰਮੇਸ਼ਰ ਦੀ ਭਗਤੀ ਵਿੱਚ ਹੁੰਦਾ ਹੈ। ਸੋ ਪਾਸਾਈ ਤੁਮ ਕਹੈ ਕਿਆ ਅਬ ਮੈਂ ਲਿਉ। ਹਾਂ, ਅਸੀਂ ਤੇਰੇ ਆਖੇ ਹੁਣ ਹਿੰਦੁਸਤਾਨ ਦਾ ਰਾਜ ਕਿਵੇਂ ਲਈਏ। ਪਹਿਲੇ ਛੋਡੀ ਫਿਰ ਲਈ ਜਗ ਚਟਕ ਲਗੇਉ। ਜਿਹੜੀ ਚੀਜ਼ ਪਹਿਲਾਂ ਛੱਡ ਦਈਏ ਪਿੱਛੋਂ ਫਿਰ ਗ੍ਰਹਿਣ ਕਰੀਏ। ਦੁਨੀਆ ਕਹਿੰਦੀ ਪਹਿਲਾਂ ਛੱਡੀ ਕਿਉਂ ਸੀ ਜੇ ਬਾਅਦ ਚ ਪ੍ਰਾਪਤ ਕਰਨੀ ਸੀ। ਅਸੀਂ ਤੇ ਦਰਗਾਹ ਤੋਂ ਹੀ ਰਾਜ ਲੈ ਕੇ ਆਏ, ਛੱਡ ਦਿੱਤੇ ਸਾਰੇ ਰਾਜ। ਸਾਨੂੰ ਤਾਂ ਅਕਾਲ ਪੁਰਖ ਨੇ ਸਾਰੀਆਂ ਪਾਤਸ਼ਾਹੀਆਂ ਦਿੱਤੀਆਂ, ਅਸੀਂ ਨਹੀਂ ਪ੍ਰਵਾਹ ਕੀਤੀ। ਹੁਣ ਜੇ ਅਸੀਂ ਰਾਜ ਲਵਾਂਗੇ ਤੇ ਸੰਸਾਰ ਵਿੱਚ ਨਿੰਦਾ ਹੋਵੇਗੀ। ਹਾਂਜੀ, ਯੋ ਸੋ ਨਿਆਸ ਦੌਲਤਾ ਮਿਟੀ ਗੁਰ ਲੇਹ ਨਾ ਖਾਸਾ। ਹਾਂ, ਦੌਲਤ ਖਾਂ ਕਹਿੰਦਾ ਮਹਾਰਾਜ ਫਿਰ ਕਿਹਨੂੰ ਬਾਦਸ਼ਾਹ ਬਣਾਓਗੇ। ਹਿੰਦੁਸਤਾਨ ਦਾ ਕੋਈ ਬਾਦਸ਼ਾਹ ਬਣਨ ਵਾਲਾ ਹੈ ਨਹੀਂ ਹੈ। ਤੁਹਾਡੇ ਤੋਂ ਬਿਨਾਂ ਮੈਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਧਰਮੀ ਬਾਦਸ਼ਾਹ ਹੋਵੇ। ਤੁਸੀਂ ਹੋ ਜਿਹੜੇ ਦੁਨੀਆ 'ਚ ਸ਼ਾਂਤੀ ਸੁੱਖ ਅਮਨ ਕਾਇਮ ਕਰ ਸਕਦੇ ਹੋ। ਨਹੀਂ ਤਾਂ ਇੱਥੇ ਤਾਂ ਬੰਦੇ ਨੂੰ ਬੰਦਾ ਖਾ ਰਿਹਾ। ਸਾਰੇ ਜ਼ਾਲਮ ਹੋ ਗਏ ਨੇ। ਹਿੰਦੂ ਮੁਸਲਮਾਨ ਆਪਸ 'ਚ ਖਹਿ ਮਰਦੇ ਨੇ। ਤੁਸੀਂ ਦੋਵਾਂ ਧਰਮਾਂ ਨੂੰ, ਦੋਵਾਂ ਵਰਗਾਂ ਨੂੰ, ਹਰ ਜਾਤੀ ਨੂੰ, ਹਰ ਇਨਸਾਨ ਨੂੰ ਸ਼ਾਂਤੀ ਦੇ ਸਕਦੇ ਹੋ। ਜੇ ਤੁਸੀਂ ਰਾਜ ਨਹੀਂ ਲਓਗੇ ਤੇ ਫਿਰ ਕਿਹਨੂੰ ਰਾਜ ਦਿਓਗੇ। ਬਾਰੰਗ ਬਾਰੈ ਕਹਿਨ ਕੀ ਤਜ ਕਿੰਦੀਨੀ ਆਸਾ। ਮਹਾਰਾਜ ਕਹਿੰਦੇ ਨਹੀਂ, ਬਾਰ-ਬਾਰ ਨਾ ਕਹਿ, ਅਸੀਂ ਨਹੀਂ ਰਾਜ ਲੈਣਾ। ਦੌਲਤ ਖਾਂ ਨੇ ਫਿਰ ਬਾਰ-ਬਾਰ ਕਹਿਣ ਦੀ ਗੱਲ ਛੱਡ ਦਿੱਤੀ। ਤੋ ਦੌਲਤ ਖਾਂ ਯੂੰ ਕਹਿਓ ਜੋ ਆਪ ਨੇ ਸ਼ਾਹੀ ਲੇਹੋ। ਫਿਰ ਦੌਲਤ ਖਾਂ ਕਹਿਣ ਲੱਗਾ, ਹੇ ਸਤਿਗੁਰੂ ਜੀ, ਜੇ ਆਪ ਹਿੰਦੁਸਤਾਨ ਦੀ ਰਾਜ ਭਾਗ ਗੱਦੀ ਨਹੀਂ ਸਾਂਭਦੇ ਤੋ ਲੀਜੈ ਖੋਸ ਪਟਾਨ ਤੇ ਮੁਗਲਨ ਕੋ ਧੀ ਦੇਹੋ। ਤਾਂ ਫਿਰ ਇਹ ਪਠਾਣਾ ਕੋਲੋਂ ਤੇ ਖੋਲੋ ਨਾ। ਇਹਨਾਂ ਜ਼ਾਲਮਾਂ ਨੂੰ ਤਾਂ ਨਾ ਰਹਿਣ ਦਿਓ, ਤੁਸੀਂ ਮੁਗਲਾਂ ਨੂੰ ਦੇ ਦਿਓ। ਮੁਗਲ ਰਾਜ ਕਰ ਲੈਣ, ਇਹਨਾਂ ਤੋਂ ਤੇ ਉਹ ਚੰਗੇ ਰਹਿਣਗੇ। ਇਹ ਤਾਂ ਬੜੇ ਜ਼ਾਲਮ ਹੋ ਗਏ ਤੇ ਆਪਣੀ ਬਰਾਦਰੀ ਨੂੰ ਹੀ ਖਾਣ ਲੱਗ ਪਏ, ਆਦਮ ਖਾਣੇ ਹੋ ਗਏ। ਮੈਂ ਤੇ ਬਚਨ ਕਰਾਹੇ ਬਖਸ਼ਾਵੇਂ ਸ਼ਾਹੀ ਮੁਗਲ। ਜੇ ਮੈਨੂੰ ਤੁਸੀਂ ਹੁਕਮ ਕਰੋ ਤੇ ਮੈਂ ਮੁਗਲਾਂ ਨਾਲ ਗੱਲ ਕਰਾਂ। ਫੇਰ ਜੋ ਤੂੰ ਪਛਤਾਹੇ ਨਾ ਪਛਾਨੈ ਕੋ ਲੱਭੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਤੂੰ ਮੁਗਲਾਂ ਨੂੰ ਸਾਡੇ ਕੋਲੋਂ ਆਸ਼ੀਰਵਾਦ ਦਿਵਾਉਣਾ ਚਾਹੁੰਦਾ ਹੈ। ਦੌਲਤ ਖਾਂ, ਅਸੀਂ ਮੁਗਲਾਂ ਨੂੰ ਆਸ਼ੀਰਵਾਦ ਦੇ ਦਿੱਤਾ, ਫਿਰ ਤੂੰ ਕਹੇਗਾ ਸਾਨੂੰ ਕੀ ਦਿੱਤਾ ਪਠਾਣਾ ਨੂੰ। ਫਿਰ ਤੂੰ ਲੱਭੇਗਾ ਵੀ ਸਾਡੇ ਕੋਲੋਂ ਖੋ ਕੇ ਉਧਰ ਦੇਤੀ ਹੈ, ਫਿਰ ਤੈਨੂੰ ਮਿਲਣੀ ਕੋਈ ਨਹੀਂ। ਉਸ ਤੋਂ ਬਾਅਦ ਸਾਧ ਸੰਗਤ ਜੀ ਦੇਖੋ, ਪਠਾਣਾ ਦੇ ਪੈਰ ਹਿੰਦੁਸਤਾਨ 'ਚ ਨਹੀਂ ਲੱਗੇ ਹੁਣ ਤੱਕ। ਪਠਾਣਾ ਦੇ ਪੈਰ ਫਿਰ ਕਾਮਯਾਬ ਨਹੀਂ ਹੋਏ। ਪਠਾਨ ਇੱਕ ਵਾਰੀ ਸ਼ੇਰਸ਼ਾਹ ਸੂਰੀ ਆਇਆ ਸੀ 12 ਕੁ ਸਾਲ, ਉਹ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਵੀ ਫਿਰ ਤੁਹਾਡਾ ਰਾਜ ਹੋ ਜਾਏਗਾ ਮੁਗਲਾਂ ਦਾ। ਫਿਰ ਹੋ ਗਿਆ ਹਮਾਯੂੰ ਨੂੰ। ਸੋ ਕਹਿਣ ਦਾ ਭਾਵ ਮਹਾਰਾਜ ਕਹਿੰਦੇ ਫਿਰ ਨਾ ਕहीं ਵੀ ਰਾਜ ਸਾਨੂੰ ਮਿਲੇ, ਜੇ ਮੁਗਲਾਂ ਨੂੰ ਦਵਾਤਾ ਫਿਰ ਮੁਗਲਾਂ ਕੋਲ ਹੀ ਰਹੇਗਾ। ਹਾਂਜੀ, ਤੋ ਦੌਲਤ ਯੋ ਹੀ ਮਨ ਲਿਓ। ਦੌਲਤ ਖਾਂ ਕਹਿੰਦਾ ਮਹਾਰਾਜ ਮੈਨੂੰ ਪਰਵਾਹ ਨਹੀਂ, ਮੈਂ ਤਾਂ ਹੁਣ ਬੁੱਢਾ ਹੋ ਗਿਆ, ਮੈਂ ਤਾਂ ਮਰ ਜਾਣਾ। ਮੇਰੇ ਬੱਚੇ ਮਾਰੇ ਗਏ ਆ, ਮੇਰੇ ਬੱਚਿਆਂ ਨੂੰ ਇਹ ਪਠਾਨ ਬਾਦਸ਼ਾਹ ਨੇ ਮਾਰਿਆ ਤੇ ਮੈਂ ਇਹਨਾਂ ਦਾ ਰਾਜ ਨਹੀਂ ਦੇਖਣਾ ਚਾਹੁੰਦਾ। ਹਾਂਜੀ, ਹਿੰਦੂ ਪਠਾਨਨ ਫੇਰ ਨਾ ਦਿਓ। ਠੀਕ ਹੈ ਮਹਾਰਾਜ, ਤੁਸੀਂ ਹਿੰਦੁਸਤਾਨ ਸਾਨੂੰ ਪਠਾਣਾ ਨੂੰ ਮੁੜ ਕੇ ਨਾ ਦਿਆ ਜੇ। ਪਠਾਨਨ ਤੇ ਅਬ ਜਾਇ ਪਤਸ਼ਾਹੀ। ਪਠਾਣਾ ਕੋਲੋਂ ਬਾਦਸ਼ਾਹੀ ਚਲੀ ਜਾਏਗੀ ਹੁਣ, ਪਾਵੇਂ ਫੇਰ ਸੋ ਆਵੇ ਨਾਹੀ। ਮੁੜ ਕੇ ਬੇਸ਼ੱਕ ਨਹੀਂ ਆਉਂਦੀ ਨਾ ਆਵੇ, ਅਸੀਂ ਨਹੀਂ ਮੰਗਦੇ ਮੁੜ ਕੇ ਰਾਜ ਹਿੰਦੁਸਤਾਨ ਦਾ। ਮੇਰੇ ਮਨ ਮੈਂ ਯਾਹੀ ਚਾਹਾ। ਮੇਰੇ ਮਨ 'ਚ ਇਹੀ ਇੱਛਾ ਹੈ, ਸੋ ਸਿੱਖ ਜਾਨੋ ਦਿਓ ਪੁਜਾਏ। ਬਸ ਮੈਨੂੰ ਕਿਰਪਾ ਕਰਕੇ ਮੇਰੇ ਪੁੱਤਰਾਂ ਦਾ ਬਦਲਾ ਲੈ ਦਿਓ, ਮੈਂ ਇਹੀ ਚਾਹੁੰਦਾ ਹਾਂ। ਸਤਿਗੁਰੂ ਕਹਿਓ ਯੋ ਹੀ ਹੋ ਜਾਏ। ਫਿਰ ਸਤਿਗੁਰੂ ਕਹਿਣ ਲੱਗੇ ਠੀਕ ਹੈ, ਇਵੇਂ ਹੀ ਹੋਵੇਗਾ।
ਜੇ ਹੁਣ ਪਠਾਨ ਜ਼ੁਲਮ ਕਰਨ ਲੱਗ ਪਏ ਨੇ, ਅਸੀਂ ਪਠਾਨਾਂ ਦੀ ਸਫਾ ਵਲੇਟ ਕੇ ਇੱਥੇ ਮੁਗਲਾਂ ਦਾ ਰਾਜ ਕਰਾ ਦੇਾਂਗੇ। ਪਛਤਾਵੇਂਗਾ ਤੂੰ ਫਿਰ ਆਏ, ਪਰ ਫਿਰ ਤੂੰ ਪਛਤਾਵੇਂਗਾ, ਜ਼ਰੂਰ ਕਹੇਗਾ ਵੀ ਮਹਾਰਾਜ ਸਾਨੂੰ ਵੀ ਰਾਜ ਦੇ ਦਿੰਦੇ। ਸੋ ਤੂੰ ਤਰ ਚੱਲ ਕਾਬਲ ਰਾਹੇ, ਤੂੰ ਹੁਣ ਕਾਬਲ ਚਲਾ ਜਾ, ਤੇ ਕਾਬਲ ਦੇ ਵਿੱਚ ਬਾਬਰ ਬਾਦਸ਼ਾਹ ਹੈ, ਉਸ ਨੂੰ ਲੈ ਕੇ ਆ ਹਿੰਦੁਸਤਾਨ ਤੇ ਹਮਲਾ ਕਰਨ ਲਈ। ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਕਲਾ ਗੁਰੂ ਨਾਨਕ ਸਾਹਿਬ ਦੀ ਸਾਰੇ ਪਾਸੇ ਵਰਤਦੀ ਹੈ, ਤੇ ਇਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਰਾਏ ਦੌਲਤ ਖਾਂ ਇਹ ਆਸ਼ੀਰਵਾਦ ਲੈ ਕੇ ਕਾਬਲ ਨੂੰ ਤੁਰ ਪਿਆ। ਹਾਂਜੀ ਬਾਬਲ ਕੋਲੇ ਆਉ ਚੜਾਏ, ਹਾਂ ਕਹਿੰਦੇ ਮਹਾਰਾਜ ਕਹਿੰਦੇ ਬਾਬਰ ਕੋ ਲਿਆਓ ਚੜਾਏ। ਬਾਬਰ ਨੂੰ ਲੈ ਕੇ ਆ ਹਿੰਦੁਸਤਾਨ ਉੱਤੇ। ਜੋ ਉਸ ਕੋ ਹੈ ਹਿੰਦ ਕੀ ਚਾਹੇ, ਉਹਨੂੰ ਜਾ ਕੇ ਕਹਿ ਵੀ ਜੇ ਤੈਨੂੰ ਹਿੰਦੁਸਤਾਨ ਦਾ ਰਾਜ ਦਈਏ ਲੈ ਲਵੇਂਗਾ, ਉਹਨੂੰ ਪੁੱਛ ਲੈ, ਕਿਉਂਕਿ ਉਹਨੂੰ ਇੱਛਾ ਹੋਵੇਗੀ ਜ਼ਰੂਰ ਕਿ ਮੈਂ ਹਿੰਦੁਸਤਾਨ ਸੋਨੇ ਦੀ ਚਿੜੀਆ ਇੱਥੋਂ ਦਾ ਬਾਦਸ਼ਾਹ ਬਣਾ। ਅਸਾਂ ਨਾਲ ਬਾਤ ਕਰੇ ਸੋ ਆਏ, ਜੇ ਉਹਨੂੰ ਹਿੰਦੁਸਤਾਨ ਦਾ ਰਾਜ ਚਾਹੀਦਾ ਤੇ ਸਾਡੇ ਕੋਲ ਆਵੇ, ਫਿਰ ਅਸੀਂ ਉਹਨੂੰ ਰਾਜ ਦੇਾਂਗੇ। ਜੇ ਹਮ ਸੋ ਵਹਿ ਕਰੇ ਨਾ ਮੀਜਾ, ਪਰ ਜੇ ਉਹ ਸਾਡੇ ਤੋਂ ਬਾਰ-ਬਾਰ ਕੰਮ ਕਰਨਾ ਚਾਹੇ, ਸਾਡੇ ਨਾਲ ਸੁਲ੍ਹਾ ਨਹੀਂ ਕਰਦਾ, ਉਸ ਪਰ ਔਰ ਚੜਾਵੇਂ ਤੀਜਾ, ਫਿਰ ਅਸੀਂ ਤੀਜਾ ਪੰਥ ਚੜਾ ਦਿਆਂਗੇ ਉਹਦੇ ਉੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਤੇ ਬਾਬਰ ਸਾਡੇ ਨਾਲ ਗੱਲ ਕਰੇ ਫਿਰ ਤੇ ਰਾਜ ਉਹਨੂੰ ਦਵਾ ਦਿਆਂਗੇ, ਤੇ ਜੇ ਨਹੀਂ ਉਹ ਆਪਣੇ ਆਪ ਹੀ ਡਾਇਰੈਕਟ ਬਾਦਸ਼ਾਹ ਬਣਨਾ ਚਾਹੇ, ਫਿਰ ਕਿਸੇ ਤੀਜੇ ਨੂੰ ਥਾਪੀ ਦੇ ਦਿਆਂਗੇ। ਹਾਂਜੀ ਕਿਉ ਸੁਨ ਦੌਲਤ ਬਹੁ ਖੁਸ਼ ਪਇਓ, ਇਹ ਸੁਣ ਕੇ ਦੌਲਤ ਖਾਨ ਨੂੰ ਹੌਸਲਾ ਹੋ ਗਿਆ। ਪੁੱਤਰਾਂ ਦੀ ਮੌਤ ਦਾ ਜਿਹੜਾ ਗਮ ਸੀ ਕੁਝ ਹੌਲਾ ਹੋਇਆ, ਮਨ ਵਿੱਚ ਕੁਝ ਵਿਸ਼ਵਾਸ ਬਣਿਆ, ਤੇ ਦੌਲਤ ਖਾਨ ਕਾਬਲ ਨੂੰ ਤੁਰ ਪਿਆ। ਹਾਂਜੀ ਜੈਸੀ ਖੁਸ਼ੀ ਹੋਤ ਸੁਤ ਜਇਓ, ਇੰਨੀ ਉਹਨੂੰ ਖੁਸ਼ੀ ਹੋਈ ਪੁੱਤਰਾਂ ਦੇ ਬਦਲਾ ਲੈਣ ਦੀ, ਵੀ ਜਿਵੇਂ ਪੁੱਤਰ ਦੁਬਾਰਾ ਜਿੰਦੇ ਹੋ ਗਏ ਹੁਣ। ਹਾਂਜੀ ਜਿਸ ਦਿਨ ਦੁਸ਼ਮਨ ਸਰ